और दमदमी टकसाल दे भाई साहब भाई रणजीत सिंह जी मेरे नाल ने, मैनू लेके आए ने इत्थों तक और खुद भी आए ने चल के। ये जोड़ा पिंड वो पिंड है, तुहानू याद होएगा भी आ जिहड़ा पापी पूले तो पहले जिहड़ा गद्दी ते बैठा सी, जिन्हों कान सिंह निहंग कहा जाता सी और उन्होंने काना काना भी कहा जाता है। बेशक पहला वो संतां दे नाल मिल के रहा, पर बाद दे विच उहने बहुत कुरीतियां कीतियां और उहदियां कुरीतियां नूं उहनूं सबक सिखाउण दे लई इस जौड़े नगर दे जिस असीं घर दे विच खड़े हाँ, इन्हां नूं बुढ़ा दल दे जथेदार भी थापिया सी सरबत खालसा ने उदों जदों 1984 विच घल्लूकारा होया और बाबा संता सिंह जिहड़े उदों मुखी सन बुढ़ा दल दे, उन्हां ने जिहड़ी सेवा करवाई सी सारी सरकार दे कहण ते वो 1986 दे विच। सो उदों मतलब भाई अमरीक सिंह उन्हां नूं जथेदार थाप दिता सी बुढ़ा दल दा, तमाम खाड़कू जथेबंदियां वल्लों और पंथक जिहड़ी कमेटी सी उहदे वल्लों, बाबा गुरबचन सिंह जी मानो चाहल और तमाम जितने खाड़कू सिंह सन उन्हां वल्लों। सो उस तो बाद भाई अमरीक सिंह जी होरां ने काने दा सौदा लाया सी शहीद भाई सुखदेव सिंह सखीरा दे नाल मिल के। ये 3 सिंह गए सन नंदेड़ दी धरती ते जाके ते उत्थे शरेआम उस कान सिंह निहंग नूं मार मुकाया सी और उहदी जिहड़ी बनदी सज़ा सी उहदे कीते होए पापां दी कर्मां दी इन्हां ਸਿੰਘਾਂ ने दे दित्ती सी। सो मैं ये सारा कुछ जानना चाहांगा भाई साहब भाई रणजीत सिंह जी होरां तो। मेरे नाल भाई अमरीक सिंह जी दे सत्कारयोग चाची जी भी मेरे नाल ने। सो वाहिगुरू जी का खालसा वाहिगुरू जी की फतेह। भाई साहब तुसीं सारियां संगतां नूं दसो भी जिस नगर विच आपां पहुंचे हाँ और जिस घर विच आपां पहुंचे हाँ, इस घर दा जिहड़ा है मतलब की योगदान रहा जी सिख पंथ दे अंदर। वाहिगुरू जी का खालसा वाहिगुरू जी की फतेह। ਜਦੋਂ ਜੁਝਾਰੂ ਸੰਘਰਸ਼ ਦਾ ਅਸੀਂ ਇਤਿਹਾਸ ਪੜ੍ਹਦੇ ਹਾਂ ਤੇ ਸੁਣਦੇ ਹਾਂ ਜਾਂ ਸਿੰਘਾਂ ਦੇ ਕੋਲੋਂ, ਪੁਰਾਣੇ ਸਿੰਘਾਂ ਦੇ ਕੋਲੋਂ, ਤੇ ਕਾਫੀ ਸਿੰਘਾਂ ਨੇ ਦੱਸਿਆ ਸੀ ਕਿ ਪੂਲੇ ਤੋਂ ਪਹਿਲਾਂ ਇੱਕ ਜਿਹੜਾ ਗੱਦੀ ਦੇ ਉੱਤੇ ਬੈਠਾ ਹੁੰਦਾ ਸੀ ਕਾਹਨ ਸਿੰਘ ਨਿਹੰਗ, ਉਹਨੇ ਦਮਦਮੀ ਟਕਸਾਲ ਦੇ ਇੱਕ ਸੂਰਬੀਰ ਜੁਝਾਰੂ ਯੋਧੇ ਭਾਈ ਸੁਖਦੇਵ ਸਿੰਘ ਸਖੀਰਾ ਦੀ ਖਡੂਰ ਸਾਹਿਬ ਦੇ ਵਿੱਚ ਕਿਤੇ ਪੱਗ ਲਾ ਦਿੱਤੀ ਸੀ। ਤੇ ਉਦੋਂ ਹੀ ਉਹ ਟਕਸਾਲ ਦਾ ਜਿਹੜਾ ਸਿੰਘ ਸੀ ਭਾਈ ਸੁਖਦੇਵ ਸਿੰਘ ਸਖੀਰਾ, ਬਹੁਤ ਵੱਡਾ ਨਾਮ ਰਿਹਾ। ਹਾਂਜੀ, ਉਹਨੇ ਅਹਿਦ ਕਰ ਲਿਆ ਸੀ ਕਿ ਮੈਂ ਉਹਨਾਂ ਚਿਰ ਤੱਕ ਹੁਣ ਆਪਣੇ ਸੀਸ ਉੱਤੇ ਦਸਤਾਰ ਨਹੀਂ ਸਜਾਉਣੀ, ਮੈਂ ਪੱਗ ਨਹੀਂ ਬੰਨਣੀ ਜਿੰਨਾ ਚਿਰ ਤੱਕ ਮੈਂ ਕਾਨੇ ਨੂੰ ਮਾਰ ਨਹੀਂ ਲੈਂਦਾ। ਤੇ ਟਕਸਾਲ ਦੇ ਪੁਰਾਣੇ ਸਿੰਘ ਦੱਸਦੇ ਆ ਕਿ ਕਾਫੀ ਸਮਾਂ ਭਾਈ ਸਖੀਰਾ ਜੀ ਜਿਹੜਾ ਕੇਸ ਕੀ ਆ ਸਜਾ ਕੇ ਹੀ ਰਹਿੰਦੇ ਰਹੇ, ਉਹਨਾਂ ਨੇ ਦਸਤਾਰ ਨਹੀਂ ਸਜਾਈ ਸੀ। ਤੇ ਬਾਅਦ ਵਿੱਚ ਜਥੇਦਾਰ ਭਾਈ ਅਮਰੀਕ ਸਿੰਘ ਜੀ ਅਤੇ ਭਾਈ ਸੁਖਦੇਵ ਸਿੰਘ ਸਖੀਰਾ ਨੇ ਹਜੂਰ ਸਾਹਿਬ ਨੰਦੇੜ ਦੀ ਧਰਤੀ ਤੇ ਜਾ ਕੇ ਉਹ ਕਾਨੇ ਨਿਹੰਗ ਨੂੰ ਜਿਹੜਾ ਉਹ ਸੌਦਾ ਲਾਇਆ ਸੀ। ਤੇ ਉਸ ਤੋਂ ਬਾਅਦ ਕਾਨੇ ਨਿਹੰਗ ਤੋਂ ਬਾਅਦ ਜਿਹੜਾ ਪੂਲਾ ਆ ਉਹਦੀ ਗੱਦੀ ਦੇ ਉੱਤੇ ਬੈਠਾ, ਉਹਨੇ ਕਿੰਨੇ ਕੁ ਕਰਮ ਕੀਤੇ ਆ ਉਹ ਆਪਾਂ ਸਾਰਿਆਂ ਨੂੰ ਪਤਾ ਆ ਕਿ ਬਾਅਦ ਵਿੱਚ ਫਿਰ ਪੂਲੇ ਨੂੰ ਵੀ ਭਾਈ ਨਵਤੇਜ ਸਿੰਘ ਜਾਂ ਹਰਚੰਦ ਸਿੰਘ ਨੇ ਸੌਦਾ ਲਾ ਦਿੱਤਾ। ਤੇ ਇਸ ਤੋਂ ਇਲਾਵਾ ਭਾਈ ਕਾਫੀ ਸਾਰੇ ਸਿੰਘ ਦੱਸਦੇ ਹੁੰਦੇ ਸੀ ਕਿ ਜਿਹੜਾ ਭਾਈ ਅਮਰੀਕ ਸਿੰਘ ਆ ਉਹਨੂੰ ਬੁੱਢਾ ਦਾਸ ਦਾ ਜਿਹੜਾ ਮੁਖੀ ਸੀ ਉਹ ਥਾਪਿਆ ਗਿਆ ਸੀ। ਸਿੰਘਾਂ ਦੇ ਕੋਲੋਂ ਸੁਣਿਆ ਤਾਂ ਸੀ, ਪਰ ਮੈਂ ਉਹਨਾਂ ਬਾਰੇ ਜਾਣਨਾ ਚਾਹੁੰਦਾ ਸੀ, ਉਹਨਾਂ ਬਾਰੇ ਲਿਖਣਾ ਚਾਹੁੰਦਾ ਸੀ। ਤੇ ਚਲੋ ਤੁਹਾਡੇ ਨਾਲ ਵੀ ਮੁਲਾਕਾਤ ਹੋ ਗਈ, ਤੁਸੀਂ ਵੀ ਇੱਥੇ ਸਾਡੇ ਨਾਲ ਆਏ ਹੋ। ਅੱਜ ਉਹਨਾਂ ਦੇ ਪਰਿਵਾਰ ਤੱਕ ਪਹੁੰਚੇ ਆ, ਭਾਈ ਅਮਰੀਕ ਸਿੰਘ ਹੋਣਾ ਦੇ ਉਹਨਾਂ ਦੇ ਪਰਿਵਾਰ ਦੇ ਕੋਲੋਂ ਜਿਹੜੀ ਜਾਣਕਾਰੀ ਆ ਉਹ ਲੈ ਰਹੇ ਆ। ਤੇ ਜਿੰਨੀ ਕੁ ਸਾਨੂੰ ਜਾਣਕਾਰੀ ਪਰਿਵਾਰ ਪਾਸੋਂ ਪ੍ਰਾਪਤ ਹੋਏਗੀ ਜਾਂ ਹੋਰ ਸਿੰਘਾਂ ਦੇ ਪਾਸੋਂ ਪ੍ਰਾਪਤ ਹੋਏਗੀ ਉਹ ਸਾਰੀ ਅਸੀਂ ਸੰਗਤ ਦੇ ਨਾਲ ਜਿਹੜੀ ਸਾਂਝੀ ਆ ਉਹ ਕਰਾਂਗੇ। ਮੇਰੀ ਜਾਣਕਾਰੀ ਅਨੁਸਾਰ ਕਿ ਖਾੜਕੂ ਧਿਰਾਂ ਦੇ ਵੱਲੋਂ ਹੀ ਭਾਈ ਅਮਰੀਕ ਸਿੰਘ ਨੂੰ ਜਿਹੜਾ ਬੁੱਢਾ ਦਾਸ ਦਾ ਜਿਹੜਾ ਮੁਖੀ ਸੀ ਉਹ ਥਾਪਿਆ ਗਿਆ ਸੀ 1986 ਕਦੇ ਜਿਹੜਾ ਕਰੀਬ ਆ ਉਹ ਥਾਪਿਆ ਗਿਆ ਸੀ। ਬਾਕੀ ਹੋਰ ਵੀ ਪੁਰਾਣੇ ਸਿੰਘਾਂ ਦੇ ਕੋਲੋਂ ਜਿਹੜੀ ਜਾਣਕਾਰੀ ਇਕੱਠੀ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ। ਜਿਹੜੀਆਂ ਪੁਰਾਣੀਆਂ ਫੋਟੋਆਂ ਆ ਉਹ ਵੀ ਮਿਲ ਜਾਣਗੀਆਂ ਸਾਨੂੰ ਕਿਸੇ ਨਾ ਕਿਸੇ ਵੈਬਸਾਈਟ ਦੇ ਕੋਲੋਂ ਜਾਂ ਕਿਸੇ ਨਾ ਕਿਸੇ ਹੋਰ ਪਰਿਵਾਰ ਦੇ ਕੋਲੋਂ, ਤੇ ਉਹ ਵੀ ਜ਼ਰੂਰ ਲਵਾਂਗੇ। ਹੋ ਸਕਦਾ ਸਾਡੀ ਇਹ ਵੀਡੀਓ ਸੁਣ ਕੇ ਹੀ ਜਿਹੜਾ ਕੋਈ ਗੁਰਸਿੱਖ ਆ ਸਾਨੂੰ ਬਾਅਦ ਵਿੱਚ ਜਿਹੜੀ ਫੋਨ ਤੇ ਜਿਹੜੀ ਜਾਣਕਾਰੀ ਆ ਉਹ ਭਾਈ ਅਮਰੀਕ ਸਿੰਘ ਬਾਰੇ ਦੇ ਦੇਵੇ, ਉਹ ਪੁਰਾਣੇ ਸਿੰਘ ਨੂੰ ਜਿਹੜੀ ਜਾਣਕਾਰੀ ਆ ਉਹ ਅਮਰੀਕ ਸਿੰਘ ਬਾਰੇ ਹੋਵੇ। ਕਿਉਂਕਿ ਪੰਥ ਨੇ ਜਿਸ ਸਿੰਘ ਨੂੰ ਬੁੱਢਾ ਦਾਸ ਦਾ ਮੁਖੀ ਥਾਪਿਆ ਹੋਵੇ, ਜਿਹੜੀ ਉਸ ਸਮੇਂ ਬੜਾ ਚਰਚਾ ਦੇ ਵਿੱਚ ਜਿਹੜਾ ਰਿਹਾ ਹੋਵੇ ਸਿੰਘ, ਸੋ ਉਹਦੇ ਬਾਰੇ ਸਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਆ ਸਾਰਿਆਂ ਨੂੰ। ਸੋ ਇਸ ਸਿੰਘ ਦਾ ਕਹਿੰਦੇ ਸਿੱਖ ਸੰਘਰਸ਼ ਵਿੱਚ ਵੀ ਜਿਹੜਾ ਬਹੁਤ ਵੱਡਾ ਜਿਹੜਾ ਯੋਗਦਾਨ ਆ ਉਹ ਵੀ ਰਿਹਾ ਆ।
ਮਤਲਬ ਜਿਹੜੀ ਆਪ ਜੀ ਨੇ ਗੱਲ ਕੀਤੀ ਵੀ ਜੋ ਸੁਣੀਦਾ ਹੈ ਹਾਂਜੀ ਕਿ ਪੰਥਕ ਧਿਰਾਂ ਨੇ ਔਰ ਖਾੜਕੂ ਜਥੇਬੰਦੀਆਂ ਨੇ ਜਾਂ ਬਾਬਾ ਗੁਰਬਚਨ ਸਿੰਘ ਮਾਨੋ ਚਾਹਲ ਜਾਂ ਹੋਰ ਸਿੰਘਾਂ ਨੇ ਸਰਬੱਤ ਖਾਲਸਾ ਵਿੱਚ ਵੀ ਇਹਨਾਂ ਨੂੰ ਬੁੱਢਾ ਦਲ ਦਾ ਮੁਖੀ ਥਾਪਿਆ ਸੀ। ਜੀ ਜੀ ਪਰ ਇੱਕ ਗੱਲ ਜਦੋਂ ਭਾਈ ਸਾਹਿਬ ਆਪਾਂ ਇੱਥੇ ਆਏ ਆ ਦੋਨੋਂ ਜਣੇ, ਤੇ ਜਦੋਂ ਆਪਾਂ ਅੰਦਰ ਜਾਣ ਲੱਗੇ ਤਾਂ ਮੈਂ ਬਿਲਕੁਲ ਕੈਮਰੇ ਰਾਹੀਂ ਦਿਖਾਊਂਗਾ ਕਿ ਆਹ ਦਰਵਾਜ਼ਾ ਉਸ ਘਰ ਦਾ ਜਿਹਨੂੰ ਸੁਣੀਦਾ ਹੈ ਕਿ ਬੁੱਢਾ ਦਲ ਦਾ ਜਥੇਦਾਰ ਥਾਪਿਆ ਸੀ ਜੀ ਪੰਥਕ ਧਿਰਾਂ ਨੇ। ਜੀ ਤੇ ਮਤਲਬ ਉਸ ਘਰ ਦੀ ਜਿਹੜੀ ਹਾਲਤ ਹੈ, ਉਹਨਾਂ ਦਾ ਜਿਹੜਾ ਪਰਿਵਾਰ ਸੀ ਇੱਥੇ ਰਹਿੰਦਾ ਸੀ ਸਾਰਾ, ਉਹਨਾਂ ਦੇ ਚਾਚੀ ਜੀ ਨੇ ਸਤਿਕਾਰਯੋਗ, ਇਹਨਾਂ ਤੋਂ ਵੀ ਥੋੜ੍ਹਾ ਬਹੁਤ ਆਪਾਂ ਜਾਣਾਂਗੇ। ਮਤਲਬ ਜਿਹੜੀ ਹਾਲਤ ਹੈ ਉਹ ਘਰ ਦੀ ਬਿਆਨ ਹੀ ਕਰ ਰਹੀ ਹੈ ਜੀ ਕਿ ਸ਼ਾਇਦ ਸਾਰ ਨਹੀਂ ਲਈ ਗਈ। ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ? ਦੇਖੋ ਜਿੰਨਾ ਵੀ ਸਿੰਘਾਂ ਨੇ ਜੁਝਾਰੂ ਸੰਘਰਸ਼ ਵਿੱਚ ਜਿਹੜਾ ਯੋਗਦਾਨ ਹੈ ਉਹ ਪਾਇਆ, ਕੌਮੀ ਘਰ ਦੀ ਆਜ਼ਾਦੀ ਦੇ ਲਈ ਜਿਹੜਾ ਯੋਗਦਾਨ ਆ ਉਹ ਪਾਇਆ, ਗੁਰਧਾਮਾਂ ਦੀ ਰੱਖਿਆ ਦੇ ਲਈ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ, ਕੁਰਬਾਨੀਆਂ ਕੀਤੀਆਂ, ਪੰਥ ਦਾ ਫਰਜ਼ ਬਣਦਾ ਆ ਕਿ ਉਹਨਾਂ ਦੇ ਘਰਾਂ ਅਤੇ ਪਰਿਵਾਰਾਂ ਦੀ ਜਿਹੜੀ ਸਾਰ ਆ ਉਹ ਲਈ ਜਾਵੇ, ਕਿਉਂਕਿ ਉਹ ਤਾਂ ਆਪਣਾ ਪੰਥਕ ਫਰਜ਼ ਨਿਭਾ ਕੇ ਇਸ ਸੰਸਾਰ ਉੱਤੋਂ ਚਲੇ ਗਏ। ਅਗਾਂਹ ਸਾਡਾ ਫਰਜ਼ ਬਣਦਾ ਆ ਕਿ ਅਸੀਂ ਉਹਨਾਂ ਦੇ ਬੱਚਿਆਂ ਦੀ, ਉਹਨਾਂ ਦੇ ਘਰਾਂ ਪਰਿਵਾਰਾਂ ਦੇ ਜਿਹੜਾ ਸਾਰ ਆ ਉਹ ਲਈਏ। ਆਪਣਾ ਜਿਹੜਾ ਕੌਮੀ ਫਰਜ਼ ਆ ਉਹ ਪਹਿਚਾਨੀਏ, ਸੰਪਰਦਾਵਾਂ ਨੂੰ ਆਪਣਾ ਫਰਜ਼ ਪਹਿਚਾਨਣਾ ਚਾਹੀਦਾ, ਸ਼੍ਰੋਮਣੀ ਕਮੇਟੀ ਨੂੰ ਆਪਣਾ ਜਿਹੜਾ ਫਰਜ਼ ਆ ਉਹ ਪਹਿਚਾਨਣਾ ਚਾਹੀਦਾ। ਹਾਲਾਂਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੇ ਬੈਠੇ ਗੁਰਸਿੱਖ ਉਹ ਆਪੋ ਆਪਣੀ ਜਿਹੜੀ ਜ਼ਿੰਮੇਵਾਰੀ ਆ ਉਹ ਸਾਂਭ ਰਹੇ ਆ, ਪਰ ਜਿਹੜੀਆਂ ਸਾਡੀਆਂ ਮਾਨਮਤੀ ਸੰਸਥਾਵਾਂ ਸੀ ਇਹਨਾਂ ਦਾ ਵੀ ਜਿਹੜਾ ਫਰਜ਼ ਉਹ ਬਣਦਾ ਸੀ, ਪਰ ਇਹਨਾਂ ਨੇ ਆਪਣਾ ਜਿਹੜਾ ਫਰਜ਼ ਉਹ ਨਹੀਂ ਪਹਿਚਾਣਿਆ। ਪੰਥ ਨੂੰ ਇਹਨਾਂ ਸੰਸਥਾਵਾਂ ਦੇ ਉੱਤੇ ਜਿਹੜਾ ਬੜਾ ਵੱਡਾ ਜਿਹੜਾ ਰੋਸ ਆ, ਇਹਨਾਂ ਦੇ ਕਰਕੇ ਜਿਹੜਾ ਸ਼ਹੀਦਾਂ ਦੇ ਜਿਹੜੇ ਪਰਿਵਾਰ ਆ ਉਹ ਰੁੱਲ ਰਹੇ ਆ। ਬਾਦਲਾਂ ਦੀ ਭਗਤੀ ਦੇ ਵਿੱਚ ਜਿਹੜੀਆਂ ਸਾਡੀਆਂ ਸੰਸਥਾਵਾਂ ਆ ਉਹ ਲੀਨ ਆ, ਪਰ ਸ਼ਹੀਦਾਂ ਦੇ ਪਰਿਵਾਰਾਂ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਜਾ ਰਿਹਾ। ਤੁਸੀਂ ਵੀ ਬਹੁਤ ਜਿਹੜਾ ਡਾਟਾ ਇਕੱਠਾ ਕੀਤਾ, ਪੁਸਤਕਾਂ ਲਿਖ ਰਹੇ ਹੋ ਤੁਸੀਂ, ਤੁਹਾਡੀ ਪੁਸਤਕ ਵੀ 2 ਪੁਸਤਕਾਂ ਤੁਹਾਡੀਆਂ ਆ ਵੀ ਚੁੱਕੀਆਂ ਨੇ, ਸ਼ਾਇਦ ਅਗਲੀ ਪੁਸਤਕ ਵੀ ਤੁਸੀਂ ਲਿਖ ਰਹੇ ਹੋ। ਮਤਲਬ ਬਹੁਤ ਵਿਚਰਦੇ ਹੋ ਸ਼ਹੀਦ ਪਰਿਵਾਰਾਂ ਦੇ ਵਿੱਚ, ਜਦੋਂ ਜਾਂਦੇ ਹੋ ਤਾਂ ਫਿਰ ਤਰਾਸ ਦੀ ਆਹੀ ਨਜ਼ਰ ਆਉਂਦੀ ਹੈ ਜਿਹੜੀ ਇਸ ਪਰਿਵਾਰ ਦੀ ਆਪਾਂ ਨੂੰ ਨਜ਼ਰ ਆ ਰਹੀ ਹੈ? ਦੇਖੋ ਉਹਦੇ ਕਾਫੀ ਪਰਿਵਾਰਾਂ ਦੀ ਜਿਹੜੀ ਸਾਰ ਹੈ ਉਹ ਲਈ ਵੀ ਗਈ ਆ, ਪਰ ਬਹੁਤਾਂਤ ਜਿਹੜੇ ਪਰਿਵਾਰ ਆ ਉਹਨਾਂ ਤੱਕ ਜਿਹੜੀ ਸੰਗਤਾਂ ਦੀ ਪਹੁੰਚ ਆ ਉਹ ਨਹੀਂ ਹੋ ਸਕੀ। ਖਾਸ ਕਰਕੇ ਜਿਹੜੇ ਅਣਗੌਲੇ ਸ਼ਹੀਦਾਂ ਦੇ ਪਰਿਵਾਰ ਆ ਉਹ ਉਹਨਾਂ ਵੱਲ ਜਿਹੜੀ ਖਾਸ ਤਵੱਜੋ ਦੇਣ ਦੀ ਲੋੜ ਆ, ਧਿਆਨ ਦੇਣ ਦੀ ਲੋੜ ਆ। ਹੁਣ ਕਿਸੇ ਸਮੇਂ ਬੜਾ ਵੱਡਾ ਨਾਮ ਹੁੰਦਾ ਸੀ ਭਾਈ ਅਮਰੀਕ ਸਿੰਘ ਜੀ ਹੋਣਾ ਦਾ, ਜਿਨ੍ਹਾਂ ਨੂੰ ਬੁੱਢਾ ਦਲ ਦਾ ਮੁਖੀ ਥਾਪਿਆ ਗਿਆ ਸੀ, ਪਰ ਦੇਖੋ ਕਿ ਅੱਜ ਹੁਣ ਜਿਹੜੀ ਸਾਡੀ ਅਗਲੀ ਪੀੜ੍ਹੀ ਹੋਵੇਗੀ ਉਹਨਾਂ ਨੂੰ ਅਮਰੀਕ ਸਿੰਘ ਬਾਰੇ ਨਹੀਂ ਪਤਾ। ਸੋ ਅਜਿਹੇ ਪਰਿਵਾਰਾਂ ਵੱਲ ਜਿਹੜਾ ਧਿਆਨ ਦੇਣ ਦੀ ਲੋੜ ਆ। ਬਿਲਕੁਲ। ਉਹਨਾਂ ਦੇ ਸਤਿਕਾਰਯੋਗ ਚਾਚੀ ਜੀ ਨੇ, ਇਹਨਾਂ ਤੋਂ ਕੁਝ ਆਪਾਂ ਜਾਣਨਾ ਚਾਹੀਏ? ਹਾਂਜੀ ਮਾਤਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਤਾ ਜੀ ਪਹਿਲਾਂ ਤਾਂ ਭਾਈ ਅਮਰੀਕ ਸਿੰਘ ਜੀ ਹੋਣਾ ਬਾਰੇ ਦੱਸੋ ਕਿ ਉਹਨਾਂ ਦੇ ਮਾਤਾ ਪਿਤਾ ਜੀ ਦਾ ਕੀ ਨਾਂ ਸੀ ਜੀ? ਪਾਲ ਕੌਰ ਮਾਤਾ ਦਾ। ਹਾਂਜੀ, ਮਗਤਾਰ ਸਿੰਘ ਪਿਤਾ ਦਾ ਨਾਂ। ਤੇ ਇਹ ਕਿੰਨੇ ਭੈਣ ਭਰਾ ਸੀ ਅਮਰੀਕ 5 ਸਿੰਘ? ਭੈਣ ਭਰਾ, 2 ਭਰਾ 3 ਭੈਣਾਂ। ਹਾਂਜੀ। ਵੱਡੀ ਭੈਣ ਅਮਰਜੀਤ, ਉਹਦੀ ਛੋਟੀ ਭੈਣ ਵੀਰੋ, ਜੀ। ਉਹਦੀ ਛੋਟਾ ਨਰਵੈਲ ਸਿੰਘ, ਉਹਦੀ ਛੋਟਾ ਅਮਰੀਕ ਸਿੰਘ, ਉਹਦੀ ਛੋਟੀ ਪਰਮਜੀਤ। ਅਮਰੀਕ ਸਿੰਘ ਪੜ੍ਹੇ ਕਿੰਨਾ ਸੀ ਜੀ? ਪੜਿਆ ਨਹੀਂ ਸੀ, ਵਾਰੂ ਬਾਬਿਆਂ ਦੇ ਨਾਲ ਜਿਉਂ ਜੰਮਿਆ, ਨਿੱਕਾ ਹੁੰਦਾ ਘਰੋਂ ਚੜਾ ਗਿਆ ਸਿੰਘਾਂ ਨਾਲ ਕਿਹੜੇ ਤੁਰਿਆ। ਬਾਬਿਆਂ ਦੇ ਨਾਲ ਰਹਿੰਦੇ? ਪਹਿਲਾਂ ਬਾਬੇ ਦਾਸ ਨਾਲ ਰਿਹਾ, ਦਲ ਚ ਰਿਹਾ। ਇਹ ਦਲ ਪੰਥ ਬਾਬਾ ਹਾਂ, ਬੇਦੀ ਚੰਦ ਸੁਰ ਸਿੰਘ ਰਹਿੰਦੇ ਹਾਂ, ਰਹੇ ਸੁਰ ਸਿੰਘ ਰਹਿੰਦੇ ਰਹੇ। ਛੋਟੀ ਉਮਰੇ ਚਲੇ ਗਏ? ਛੋਟੀ ਉਮਰੇ ਚਲੇ ਗਏ, 10-12 ਸਾਲਾਂ ਦਾ ਸੀ ਉਦੋਂ ਦੇ ਘਰੋਂ ਗਏ ਨੇ। ਅੱਛਾ ਅਸੀਂ ਬੜਾ ਜ਼ੋਰ ਲਾਉਂਦੇ ਰਹੇ, ਉਹਨੇ ਆਖਿਆ ਵੀ ਨਹੀਂ ਮੈਂ ਇਹੋ ਕੰਮ ਕਰਨਾ। ਫਿਰ ਉਹਦਾ ਇਹ ਕੰਮ ਫਿਰ ਚੜਦਾ ਫਿਰ ਇਹਨਾਂ ਕੰਮਾਂ ਮਾੜਾ ਸੀ ਪੈ ਗਿਆ, ਸਿੰਘਾਂ 'ਚ ਚਲਾ ਗਿਆ। ਇਹ ਫਿਰ ਸੰਤ ਜਰਨੈਲ ਸਿੰਘ ਜੀ ਉਹਨਾਂ ਦੇ ਨਾਲ ਹਾਂ, ਵੀ ਉਹਦੇ ਰਹਿੰਦੇ ਨੇ? ਉੱਥੇ ਵੀ ਰਹਿੰਦਾ ਰਿਹਾ, ਅੰਮ੍ਰਿਤਸਰ ਜਰਨੈਲ ਸੰਤ ਨਾਲ ਉੱਥੇ ਰਹਿੰਦੇ ਰਹੇ ਨੇ। ਉੱਥੇ ਆਪਣੇ ਸਿੰਘਾਂ ਨਾਲ ਜੋ ਇਹਨਾਂ ਦਾ ਕਾਰ ਵਿਹਾਰ ਕਰਦੇ ਰਹੇ ਨੇ। ਵਾਹਿਗੁਰੂ ਜੀ ਜਦੋਂ ਅੰਮ੍ਰਿਤਸਰ ਅਟੈਕ ਹੋਇਆ ਹੈ ਉਦੋਂ ਬਾਅਦ ਫਿਰ ਘਰ ਆਏ ਨੇ, ਤੇ ਏਦਾਂ ਫਿਰ ਉਹਨਾਂ ਬੁੱਢੇ ਦਲ ਦੀ ਪੱਗ ਬੱਧੀ ਇਹਨਾਂ ਸਿੰਘਾਂ ਨੇ ਰਲ ਕੇ। ਜੀ ਇਹਨਾਂ ਜੀ, ਖਾੜਕੂਆਂ ਨੇ 1984 ਤੋਂ ਬਾਅਦ ਪੱਗ? ਹਾਂ, ਖਾੜਕੂਆਂ ਨੇ ਬੱਧੀ ਪੱਗ। ਖਾੜਕੂਆਂ ਨੇ ਬੰਨੀ ਬੱਧੀ ਪੱਗ, ਇਹਨਾਂ ਕਾਲ ਤਖਤ ਬੱਧੀ ਆ ਜੀ ਬਾਬੇ ਅਮਰੀਕ ਸਿੰਘ ਨੇ। ਮਾਤਾ ਜੀ ਉਹਨਾਂ ਨੇ ਦੱਸਿਆ ਆ ਕਿ ਖਾੜਕੂ ਸਿੰਘਾਂ ਨੇ ਹੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜੂਨ 1984 ਦੇ ਘੱਲੂ ਘਾਰੇ ਤੋਂ ਬਾਅਦ ਭਾਈ ਅਮਰੀਕ ਸਿੰਘ ਨੂੰ ਜਿਹੜੀ ਬੁੱਢਾ ਦਲ ਦੀ ਜਿਹੜੀ ਪੱਗ ਆ, ਦਸਤਾਰਬੰਦੀ ਆ, ਉਹ ਕੀਤੀ ਗਈ, ਕਿਉਂਕਿ ਸੰਤਾ ਸਿੰਘ ਨਿਹੰਗ ਸਿੰਘ ਜਦੋਂ ਇੰਦਰਾ ਗਾਂਧੀ ਦੇ ਨਾਲ ਰਲ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਸੇਵਾ ਆ ਉਹ ਕਰਵਾਉਣ ਲੱਗ ਪਿਆ ਸੀ। ਕਿਉਂਕਿ ਜਦੋਂ ਅਕਾਲ ਤਖਤ ਸਾਹਿਬ ਢਾਇਆ ਗਿਆ ਸੀ ਤੇ ਪੰਥ ਦੇ ਵਿੱਚ ਬੜਾ ਵੱਡਾ ਰੋਹ ਸੀ, ਬੜਾ ਵੱਡਾ ਜਿਹੜਾ ਰੋਸ ਸੀ, ਤੇ ਇੰਦਰਾ ਗਾਂਧੀ ਚਾਹੁੰਦੀ ਸੀ, ਜਾਂ ਉਹਦੇ ਜਿਹੜੇ ਕਰਿੰਦੇ ਸੀ ਬੂਟਾ ਸਿੰਘ ਗ੍ਰਹਿ ਮੰਤਰੀ, ਉਹ ਚਾਹੁੰਦਾ ਸੀ ਕਿ ਛੇਤੀ ਛੇਤੀ ਜਿਹੜਾ ਅਕਾਲ ਤਖਤ ਸਾਹਿਬ ਆ ਉਹ ਬਣ ਜਾਵੇ, ਸਿੱਖਾਂ ਦਾ ਜਿਹੜਾ ਰੋਹ ਆ ਉਹ ਮੱਠਾ ਪੈ ਜਾਵੇ। ਪਰ ਉਸ ਸਮੇਂ ਕੋਈ ਵੀ ਕਾਰ ਸੇਵਾ ਵਾਲੇ ਜਾਂ ਹੋਰ ਕੋਈ ਵੀ ਜਿਹੜੀ ਸੰਪਰਦਾ ਆ
ਉਹ ਸਰਕਾਰ ਵੱਲੋਂ ਦਿੱਤੀ ਜਾ ਰਹੀ ਜਿਹੜੀ ਸੇਵਾ ਸੀ ਉਹ ਲੈਣ ਨੂੰ ਤਿਆਰ ਨਹੀਂ ਸੀ। ਇੱਥੋਂ ਤੱਕ ਕਿ ਦੱਸਦੇ ਆ ਪੁਰਾਣੇ ਸਿੰਘ ਕਿ ਜਿਹੜਾ ਬੂਟਾ ਸੀ ਉਹ ਗ੍ਰਹਿ ਮੰਤਰੀ ਆ, ਉਹ ਬਾਬਾ ਖੜਕ ਸਿੰਘ ਦੇ ਕੋਲ ਵੀ ਗਿਆ ਸੀ ਤੇ ਬਾਬਾ ਖੜਕ ਸਿੰਘ ਜੀ ਉਹਨੂੰ ਚਪੇੜ ਲੈ ਕੇ ਪੈ ਗਏ ਸੀ। ਤੇ ਇਹੀ ਹਾਲ ਕੁਲਦੀਪ ਬਰਾੜ ਦਾ ਹੋਇਆ ਸੀ। ਤੇ ਉਸ ਸਮੇਂ ਕੋਈ ਵੀ ਸੇਵਾ ਲੈਣ ਨੂੰ ਤਿਆਰ ਨਹੀਂ ਸੀ, ਕਿਉਂਕਿ ਸਰਕਾਰ ਵੱਲੋਂ ਜਿਹੜੀ ਸੇਵਾ ਹੈ ਉਹ ਨਹੀਂ ਲਈ ਜਾ ਸਕਦੀ। ਹਾਂ, ਜੇ ਪੰਥ ਨੇ ਦਿੱਤੀ ਹੋਵੇ ਉਹ ਤਾਂ ਜਿਹੜੀ ਸੇਵਾ ਹੈ ਉਸੇ ਵੇਲੇ ਪ੍ਰਵਾਨ ਹੈ ਉਹ ਕੀਤੀ ਜਾ ਸਕਦੀ ਸੀ। ਪਰ ਬਾਅਦ ਵਿੱਚ ਬੁੱਢਾ ਦਾਸ ਦੇ ਜਿਹੜੇ ਮੁਖੀ ਸੀ ਸੰਤਾ ਸਿਉ, ਉਹਨੂੰ ਸਰਕਾਰ ਵੱਲੋਂ ਅੱਗੇ ਲਾਇਆ ਗਿਆ, ਪੰਥ ਨੇ ਉਹਨੂੰ ਪ੍ਰਵਾਨ ਨਹੀਂ ਕੀਤਾ। ਤੇ ਇਹ ਜਿਹੜੀ ਸੇਵਾ ਆ ਉਹ ਫਿਰ ਸਰਬੱਤ ਖਾਲਸੇ ਰਾਹੀਂ ਦਮਦਮੀ ਟਕਸਾਲ ਦੇ ਕਾਰਜਕਾਰੀ ਮੁਖੀ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਸੌਂਪੀ ਗਈ, ਬਾਬਾ ਉੱਤਮ ਸਿੰਘ ਜੀ ਹੋਣਾ ਨੂੰ ਸੌਂਪੀ ਗਈ, ਜਿਹਦੇ ਵਿੱਚ ਬਾਬਾ ਜਗਤਾਰ ਸਿੰਘ ਜੀ ਸਨ ਅਤੇ ਹੋਰ ਵੀ ਜਿਹੜੇ 2 ਮਹਾਂਪੁਰਸ਼ ਸਨ। 5 ਮਹਾਂਪੁਰਸ਼ਾਂ ਨੂੰ ਇਹ ਜਿਹੜੀ ਸੇਵਾ ਆ ਸ੍ਰੀ ਅਕਾਲ ਤਖਤ ਸਾਹਿਬ ਦੀ ਉਸ ਸਮੇਂ ਸੌਂਪੀ ਗਈ ਸੀ। ਤੇ ਉਦੋਂ ਹੀ ਦੱਸਦੇ ਆ ਕਿ ਬੁੱਢਾ ਦਾਸ ਦੇ ਮੁਖੀ ਭਾਈ ਅਮਰੀਕ ਸਿੰਘ ਨੂੰ ਬਣਾਇਆ ਗਿਆ ਸੀ। ਅਸੀਂ ਹੋਰ ਵੀ ਉਹਨਾਂ ਬਾਰੇ ਜਿਹੜੀ ਜਾਣਕਾਰੀ ਆ, ਉਹਨਾਂ ਦੇ ਚਾਚਾ ਲੱਖਾ ਸਿੰਘ ਜੀ ਵੀ ਸਾਡੇ ਨਾਲ ਆ, ਉਹਨਾਂ ਦੇ ਕੋਲੋਂ ਜਿਹੜੀ ਜਾਣਕਾਰੀ ਆ ਉਹ ਅਸੀਂ ਪ੍ਰਾਪਤ ਕਰਾਂਗੇ। ਆਓ ਆਪਾਂ ਜਾਣਕਾਰੀ ਲਈਏ ਉਹਨਾਂ ਦੇ ਚਾਚਾ ਜੀ ਤੋਂ। ਹਾਂਜੀ, ਇਹ ਭਾਈ ਅਮਰੀਕ ਸਿੰਘ ਜੀ ਹੋਣਾ ਦੇ ਚਾਚਾ ਜੀ ਸਰਦਾਰ ਲੱਖਾ ਸਿੰਘ ਜੀ ਆ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਭਾਈ ਸਾਹਿਬ, ਅਮਰੀਕ ਸਿੰਘ ਹੋਣਾ ਬਾਰੇ ਦੱਸੋ ਕਿ ਉਹਨਾਂ ਨੂੰ 1984 ਦੇ ਘੱਲੂ ਘਾਰੇ ਤੋਂ ਬਾਅਦ ਬੁੱਢਾ ਦਾਸ ਦਾ ਮੁਖੀ ਥਾਪਿਆ ਗਿਆ ਸੀ। ਆਹੋ ਜੀ, ਬਾਹਰ ਥਾਪਿਆ ਗਿਆ ਜੀ ਜਦੋਂ ਹਰਿਮੰਦਰ ਸਾਹਿਬ ਦੇ ਉੱਤੇ ਆਪਣਾ ਅਟੈਕ ਹੋਇਆ ਤੇ ਆਪਣਾ ਅਕਾਲ ਤਖਤ ਢਾਇਆ, ਉਹਦੇ ਤੋਂ ਬਾਅਦ ਥਾਪਿਆ ਗਿਆ। ਇਹ ਸ੍ਰੀ ਅਕਾਲ ਤਖਤ ਸਾਹਿਬ ਤੇ ਅਕਾਲ ਤਖਤ ਸਾਹਿਬ ਤੇ ਪੱਗ ਵੱਜੀ ਉਹਨੂੰ। ਅਕਾਲ ਤਖਤ ਸਾਹਿਬ ਤੇ? ਹਾਂਜੀ ਹਾਂਜੀ। ਤੇ ਫਿਰ ਉਹ ਭਾਈ ਸਾਹਿਬ ਦਾ ਮੁੱਖ ਸਥਾਨ ਕਿੱਥੇ ਰਿਹਾ? ਜ਼ਿਆਦਾਤਰ ਕਿੱਥੇ ਰਹਿੰਦੇ ਰਹੇ ਆ ਮੁੜ ਕੇ? ਹਾਂਜੀ, ਮੁੜ ਕੇ ਇੱਥੇ ਪਿੰਡ ਹੀ ਮੁੜ ਕੇ ਆਣ ਕੇ ਇੱਥੇ ਬੈਠੇਗਾ ਜਿਹੜਾ ਗੁਰਦੁਆਰਾ ਗੁਰਦੁਆਰਾ ਸ਼ਗਰਾਨਾ ਸਾਹਿਬ। ਆਹੋ ਆਹੋ, ਇੱਥੇ ਮੁੜ ਕੇ ਆਣ ਕੇ ਉਹਨਾਂ ਨੇ ਪੜਾ ਲਾਇਆ। ਅੱਛਾ, ਮੇਨ ਇੱਥੇ ਫਿਰ ਉਹਨਾਂ ਇੱਥੇ ਹੀ ਆ ਗਏ ਉਹਨਾਂ ਮੁੜ ਕੇ। ਜੀ ਜੀ। ਆਹ ਜਿੱਥੇ ਗੁਰਦੁਆਰਾ ਸਾਹਿਬ ਬਣਿਆ ਇੱਥੇ ਥੋੜਾ ਬੜਾ ਤਗੜਾ ਸੀ। ਉਹ ਥੋੜਾ ਧੜਾ ਚਕਾ ਕੇ ਤੇ ਮੁੜ ਕੇ ਥੱਲੇ ਨੀਆਂ ਬਣਾਈਆਂ ਸੀ। ਉਹਲੇ ਬੰਨੇ ਲੰਗਰ ਹਾਲ ਵੀ ਇੱਥੇ ਵੀ ਆਲਾ ਦੁਆਲਾ ਬਣਾਇਆ। ਇਹਨਾਂ ਨੂੰ ਸੰਤਾ ਸਿਉ ਦੇ ਬਰਾਬਰ ਮੁਖੀ ਬਣਾਇਆ ਗਿਆ ਸੀ। ਸੰਤਾ ਆਹੋ, ਸੰਤਾ ਨੂੰ ਢਾਹ ਕੇ ਉਹਦੇ ਥਾਂ ਇਹਨੂੰ ਪੱਗ ਬੱਝੀ ਨਾ ਵੀ ਸੰਤਾ ਨੇ ਇੱਕ ਗੁਰੂ ਘਰ ਦੇ ਉੱਤੇ ਹਮਲਾ ਕਰਾਇਆ ਸਰਕਾਰ ਨਾਲ ਰਲ ਕੇ ਤੇ ਇਹਨੇ ਅਕਾਲ ਤਖਤ ਢਵਾਇਆ। ਉਹਨੂੰ ਆਹ ਦੋਸ਼ ਲਾ ਕੇ ਉਹਦੀ ਪੱਗ ਜਿਹੜੀ ਪਈ ਉਹਦੇ ਥਾਂ ਨੂੰ ਥਾਪਿਆ ਬੱਧੀ ਪੱਗ। ਜੀ ਜੀ। ਹਾਂ, ਇਹ ਫਿਰ ਸਰਕਾਰ ਦੇ ਕਹਿਣ ਦੇ ਉੱਤੇ ਜਿਹੜਾ ਅਕਾਲ ਤਖਤ ਸਾਹਿਬ ਦੀ ਜਿਹੜੀ ਸੇਵਾ ਸੰਤਾ ਸਿਉ ਕਰਾ ਰਿਹਾ ਸੀ। ਆਹ ਅਕਾਲ ਤਖਤ ਦੀ ਸੇਵਾ ਫਿਰ ਉਹ ਕਰਾ ਰਿਹਾ ਨਾ, ਉਹਨਾਂ ਦੇ ਇੰਦਰਾ ਗਾਂਧੀ ਦੇ ਗਿਆਨੀ ਚਹਿਲ ਸਾਹਿਬ ਨੇ ਉਹ ਕਰਾਉਂਦੇ ਸੀ ਜੀ। ਤੇ ਇਹਨਾਂ ਨੇ ਆਖਿਆ ਵੀ ਇਹਨਾਂ ਨੇ ਢਵਾਇਆ ਤੇ ਕਿਉਂ ਸੇਵਾ ਕਰਾਉਂਦੇ ਆ। ਤੇ ਉਹਨੂੰ ਸੰਤਾਂ ਉਹਨੂੰ ਇਹ ਕਰਕੇ ਗਦਾਰੀ ਦਾ ਉਹਨੂੰ ਸਵਾਦ ਦਿੱਤਾ। ਜੀ ਜੀ। ਤੇ ਉਹ ਮੁੜ ਕੇ ਉਹਨੂੰ ਢਾਹ ਕੇ ਤੇ ਪਹਿਲਾਂ ਤਾਂ ਉੱਧਰ ਮਾਲਵੇ ਦਾ ਸੀ ਕੋਈ, ਉਹਨੂੰ ਬੱਧੀ ਉਹ ਮਾੜਾ ਬੰਦਾ ਉਹ ਕੋ ਨਹੀਂ ਕਾਂ ਫਿਰ ਇਹਨੂੰ ਪੱਗ ਬੱਧੀ। ਅੱਛਾ ਜੀ। ਇਹਨੇ ਫਿਰ ਬਾਬਾ ਚੇਰੇ ਨੂੰ ਦਿਹਾਲਸ ਨੂੰ ਪਤਾ ਇੱਥੇ ਦਲ ਪੰਥ ਵੀ ਚਲਾਉਂਦਾ ਰਿਹਾ ਜੀ। ਤੇ ਇਹਨੂੰ ਮੁੜ ਕੇ ਆਪੋ ਵੀ ਇਹਨਾਂ ਦੀ ਕੋਈ ਪਤਾ ਨਹੀਂ ਕਿਹੜੀ ਗੱਲੋਂ ਪੈ ਗਈ ਇਹਨਾਂ ਪੇਪਰ ਹੋਣਾ ਇਹਨਾਂ ਨੇ ਮੁੜ ਕੇ ਇਹਨੂੰ ਵੈਸੇ ਸ਼ਹੀਦ ਕਰਤਾ ਇੱਥੇ ਗੋਲੀਆਂ ਮਾਰੀਆਂ। ਇਸ ਤੋਂ ਪਹਿਲਾਂ ਇਹਨਾਂ ਨੇ ਜਿਹੜਾ ਕਾਹਨ ਸਿਉ ਉਹਨੂੰ ਵੀ ਮਾਰਿਆ ਸੀ ਹਜ਼ੂਰ ਸਾਹਿਬ ਦੇ ਵਿੱਚ। ਕਾਹਨ ਸਿਉ ਨੇ ਮਾਰਿਆ ਹਜ਼ੂਰ ਸਾਹਿਬ ਜਾ ਕੇ। ਉਹਦੇ ਨਾਲ ਕੀ ਗੱਲਬਾਤ ਹੋਈ ਸੀ? ਉਹ ਜੀ ਸੁੱਖੇ ਸਖੀਰ ਜੀ ਨਾ ਇੱਥੇ ਖਡੂਰ ਸਾਹਿਬ ਵੀ ਉਹ ਸੰਤਾਂ ਦੀ ਬਦਨਾਮੀ ਕਰਦਾ ਸੀ। ਹਾਂਜੀ। ਤੇ ਸੰਤ ਜਰਨੈਲ ਸਿੰਘ ਜੀ ਨੂੰ ਮਾੜਾ ਬੋਲਦਾ ਸੀ। ਸੰਤ ਜਰਨੈਲ ਸਿੰਘ ਮਾੜਾ ਬੋਲਦਾ ਸੀ ਉਹ। ਤੇ ਉਹ ਇਹ ਗੱਲ ਦੇ ਵਿੱਚ ਫਿਰ ਉਹ ਸੁੱਖਾ ਹੋ ਆਉਂਦਾ ਵੀ ਉਹਨੂੰ ਮਾੜਾ ਕਿਉਂ ਬੋਲਦੇ। ਉਹਨਾਂ ਨੇ ਪੱਗ ਪੁੱਗ ਲਾਈ, ਉਹਦੀ ਬੇਇੱਜ਼ਤੀ ਕੀਤੀ। ਉਹ ਗੱਲ ਦੇ ਵਿੱਚ ਫਿਰ ਨੂੰ ਕਾਹਨ ਤੁਹਾਨੂੰ ਮਾਰਿਆ ਹਜ਼ੂਰ ਸਾਹਿਬ ਜਾ ਕੇ। ਅੱਛਾ ਅੱਛਾ ਜੀ। ਹਾਂ। ਇਹ ਫਿਰ ਅਮਰੀਕ ਸਿੰਘ ਹੋਣਾ ਦੀ ਸ਼ਹੀਦੀ ਕਿਵੇਂ ਹੁੰਦੀ ਹੈ ਜੀ? ਕਿੱਥੇ ਹੁੰਦੀ ਹੈ? ਇੱਥੇ ਪਿੰਡ ਵਿੱਚ ਹੀ? ਪਿੰਡ 'ਚ ਇੱਥੇ ਗੁਰਦੁਆਰੇ। ਹਾਂ, ਇਹ ਕੀ ਗੱਲਬਾਤ ਹੋਈ ਸੀ ਇੱਥੇ? ਕਿਵੇਂ ਹਮਲਾ ਹੋਇਆ ਉਹਨਾਂ ਤੇ? ਹਮਲਾ ਜੀ ਐਵੇਂ ਉਹਨਾਂ ਨੇ ਕੋਈ ਦੋਸ਼ ਹੀ ਐਵੇਂ ਲਾ ਕੇ ਝੂਠਾ ਸੱਚਾ। ਹਾਂਜੀ। ਵੀ ਅਸੀਂ ਇਹਦੇ ਨਾਲ ਭਜਾਉਣੇ ਤੁਰੇ ਫਿਰਦੇ ਹਾਂ ਨਾਲ ਤੇ ਇਹਨੂੰ ਪੱਗ ਵੱਜ ਗਈ ਆ, ਇਹ ਗੱਡੀ ਤੇ ਬਹਿ ਗਿਆ। ਇਸ ਗੱਲ ਦਾ ਦੁੱਖ ਮਨਾਇਆ ਉਹਨਾਂ। ਆਪਣੇ ਕੋਈ ਸਾਥੀ ਸਿੰਘਾਂ ਨੇ ਮਾਰ ਦਿੱਤਾ ਸੀ ਉਹਨੂੰ? ਆਹੋ, ਇਹ ਉਹ ਪਿੱਪਲ ਸੋਹਣੀ ਉਹਦੇ ਨਾਲ ਹੀ ਇਹ ਰਹਿੰਦੇ ਭਜਾਉਣੇ ਬੰਦੇ। ਅੱਛਾ ਜੀ। ਇਹ ਉਸ ਪਾਰਟੀ ਦੇ ਬੰਦੇ ਜਿੱਦਾਂ ਨੇ ਇਹਨੂੰ ਮਾਰਿਆ। ਆਹ ਵਿਜਮ ਗਿਆ ਉਹਨਾਂ ਦੇ ਉੱਤੇ। ਪਹਿਲੋਂ ਦੇ ਅੰਦਰ ਹੀ ਬਾਬਾ ਚ ਰਿਹਾ ਸੰਗਰੂਰ ਜੇਲ੍ਹ 'ਚ। ਅੱਛਾ ਜੀ। ਅਮਰੀਕ ਸਿੰਘ ਹੋਣੇ? ਆਹੋ। ਅੱਛਾ ਜੀ। ਮੁੜ ਕੇ ਬਾਹਰ ਨਿਕਲਿਆ ਤੇ ਫਿਰ ਇਹਨਾਂ ਨੇ ਵਿੱਚ ਮਾਰ ਲਿਆ ਵੀ ਨਹੀਂ, ਫਿਰ ਅੱਗੇ ਨੂੰ
ਇਹਨੇ ਉਹ ਸਾਹ ਖਾ ਗਿਆ ਤੇ ਇੱਥੇ ਆਣ ਕੇ ਤਾਂ ਉਹਨਾਂ ਨੇ ਭਜੌੜਿਆਂ ਨੇ ਇਹਨਾਂ ਵਿੱਚ ਮਾਰ ਕੇ ਗੋਲੀਆਂ ਮਾਰੀਆਂ ਜੀ ਇਹ ਜੀ ਗੁਰਦੁਆਰੇ ਇੱਥੇ ਪਿੰਡ ਵਿੱਚ ਹੀ ਆ ਪਿੰਡ 'ਚ ਹੀ ਜਦੋਂ ਅਮਰੀਕ ਸਿੰਘ ਜੀ ਇਦਾਂ ਹੋ ਜਾਂਦੇ ਆ, ਇਸ ਤੋਂ ਬਾਅਦ ਇਹਨਾਂ ਦੀ ਜਿਹੜੀ ਪੱਗ ਅਗਾਂਹ ਕਿਸੇ ਨੂੰ ਬੰਨੀ ਜਾਂਦੀ ਹੈ ਆਹ ਦੁਬਾਰਾ? ਪੱਗ ਮੁੜ ਕੇ ਉੱਥੋਂ ਦਾ ਮਾਲ ਚੱਕਦਾ ਹੈ ਧੀਰਾ ਹੋਂ ਅੱਛਾ, ਉਹਨੂੰ ਮੁੜ ਕੇ ਇਹਦੀ ਪੱਗ ਬੱਧੀ ਕਿਹੜੇ ਪਿੰਡ ਦੇ ਸਨ? ਉਹ ਇੱਥੋਂ ਮਾਲ ਚੱਕਦਾ ਸੀ ਰਣਧੀਰ ਸਿੰਘ? ਰਮਤੀਰ ਸਿੰਘ ਹਾਂਜੀ ਹਾਂਜੀ, ਉਹਨੂੰ ਮੁੜ ਕੇ ਇਹਦੀ ਪੱਗ ਉਹਨਾਂ ਬੱਧੀ ਫਿਰ ਉਹਨਾਂ ਨੂੰ ਬੰਨੀ ਗਈ। ਆਹਾ ਠੀਕ ਹੈ ਠੀਕ ਤੇ ਹੈ। ਉਹ ਮੁੜ ਕੇ ਥੋੜਾ ਚਿਰ ਉਹਨਾਂ ਨੂੰ ਕੁਛ ਚਲਾਈ ਸ਼ੁਰੂ ਆ, ਹਾਂਜੀ ਫਿਰ ਉਹਨੂੰ ਸਰਕਾਰ ਨੇ ਚੁੱਕ ਚੱਕ ਕੇ ਮਾਰ ਦਿੱਤਾ। ਹਾਂਜੀ, ਫਿਰ ਉਹ ਵੀ ਸ਼ਹੀਦ ਹੋ ਗਏ ਸਨ। ਉਹ ਮੈਂ ਕਰਤਾ ਜੀ 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 ਆਹ ਜੀ। ਬਾਪੂ ਜੀ ਹੁਣ ਉਹਦਾ ਤੁਹਾਡੇ, ਤੁਸੀਂ ਕਿਹੜੇ ਹਾਲਾਤਾਂ ਦੇ ਵਿੱਚ ਰਹਿ ਰਹੇ ਹੋ? ਕਿਵੇਂ ਚੱਲਦਾ ਤੁਹਾਡੇ ਕੰਮਕਾਰ? ਸਾਡਾ ਹਾਂਜੀ ਕੋਈ ਨਹੀਂ, ਮੇਰਾ ਉਹ ਨਿੱਕਾ ਲਟਕਾ, 2 ਮੇਰੇ ਲਟਕੇ, 2 ਲਟਕੀਆਂ। ਹਾਂਜੀ ਤੇ ਉਹ ਲਟਕੀਆਂ ਤੇ ਵਿਆਹੀਆਂ, ਇੱਕ ਅਲੀਪੁਰ ਵਿਆਹੀ ਆ ਤੇ ਕਿਥੇ ਹਾਂਜੀ ਮੋੜ ਤੇ ਗਰੀਬੀ ਦਾ ਭਾਈ ਆ ਗਈ ਹੈਂ? ਗਰੀਬੀ ਦਾ ਭਾਈ ਆ, ਪੈਲੀ ਥੋੜੀ ਆ। ਪਹਿਲੀ ਥੋੜੀ ਆ ਜਾਇਦਾਦ ਜੀ ਇੱਥੇ ਥੋੜੀ ਕੁ ਪੜੀ ਤੇ ਉੱਥੇ ਉਹ ਟੂਲੇ ਵਾਲੇ ਮੋੜ ਤੇ ਰਹਿੰਦੀ ਆ। ਆਹੋ ਕਿੱਲਾ ਕਿੱਲਾ 1.5 ਕਿੱਲਾ ਇਹਨਾਂ ਨੂੰ ਪੈਲੀ ਦਾ। ਇਹਨੇ ਨਹੀਂ ਪੜੀ ਆ, ਜੀ ਕਿੱਲਾ 1.5 ਕਿੱਲਾ ਇੱਥੇ। ਇੱਕ ਬਾਪੂ ਜੀ ਤੁਹਾਡੀ ਫਿਰ ਸਾਰ ਲਈ ਕਿਸੇ ਨੇ ਆ ਕੇ ਇੱਥੇ ਜਥੇਦਾਰ ਅਮਰੀਕ ਸਿੰਘ ਦੀ ਸ਼ਹਾਦਤ ਤੋਂ ਬਾਅਦ? ਨਹੀਂ ਕਿਸੇ ਨਹੀਂ ਲਈ, ਕੋਈ ਪਹੁੰਚਿਆ? ਨਹੀਂ ਕੋਈ ਟੀਵੀ ਚੈਨਲ ਵਾਲਾ ਵੀ ਪਹੁੰਚਿਆ ਤੁਹਾਡੇ ਕੋਲ? ਨਹੀਂ ਕੋਈ ਨਹੀਂ। ਅੱਜ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਵਾਲੇ ਤੇ ਗੁਰਬਾਣੀ ਅਖੰਡ ਬਾਣੀ ਚੈਨਲ ਹੀ ਤੁਹਾਡੇ ਕੋਲ ਪਹੁੰਚਿਆ, ਇਸ ਤੋਂ ਪਹਿਲਾਂ ਤਾਂ ਨਹੀਂ ਕੋਈ ਪਹੁੰਚਿਆ? ਨਹੀਂ ਸਾਥੋਂ ਪਹਿਲਾਂ ਤਾਂ ਨਹੀਂ ਕੋਈ ਆਇਆ? ਨਹੀਂ ਆਇਆ ਜੀ, ਕੋਈ ਕਿਸੇ ਪ੍ਰਕਾਰ ਦੀ ਮਦਦ ਵੀ ਨਹੀਂ ਹੋਈ? ਨਹੀਂ ਕੋਈ ਮਦਦ ਨਹੀਂ ਕੀਤੀ, ਨਾ ਕੋਈ ਆਇਆ ਹੀ ਆ। ਭਾਈ ਸਾਹਿਬ ਜੀ ਕੀ ਕਹਿਣਾ ਚਾਹੋਗੇ? ਦੇਖੋ, ਮੈਂ ਤੇ ਇਹੀ ਕਹਿਣਾ ਚਾਹੁੰਦਾ ਹਾਂ ਕਿ ਜਿੰਨੀ ਕਿ ਸਾਨੂੰ ਜਾਣਕਾਰੀ ਮਿਲੀ ਹੈ ਕਿ ਖਾੜਕੂ ਧਿਰਾਂ ਦੇ ਵੱਲੋਂ ਜਾਂ ਖਾਲਸਾ ਪੰਥ ਵੱਲੋਂ ਬੜਾ ਜਿਹੜਾ ਮਾਣ ਸਤਿਕਾਰ ਸੀ ਉਹ ਜਥੇਦਾਰ ਭਾਈ ਅਮਰੀਕ ਸਿੰਘ ਜੀ ਹੋਣਾ ਨੂੰ ਦਿੱਤਾ ਗਿਆ। ਫਿਰ ਉਹ ਆਪਣੀ ਜਿਹੜੀ ਜਾਨ ਆ ਉਹ ਵੀ ਕੁਰਬਾਨ ਕਰ ਗਏ। ਸਾਡਾ ਸਾਰਿਆਂ ਦਾ ਫਰਜ਼ ਬਣਦਾ ਆ ਕਿ ਅਸੀਂ ਉਹਨਾਂ ਦੀ ਸੇਵਾ ਨੂੰ ਜਿਹੜਾ ਆ ਉਹ ਯਾਦ ਰੱਖੀਏ ਅਤੇ ਉਹਨਾਂ ਦੇ ਘਰ ਪਰਿਵਾਰ ਦੀ ਜਿਹੜੀ ਸਾਰ ਲੈਣੀ ਸਾਡਾ ਜਿਹੜਾ ਉਹ ਫਰਜ਼ ਬਣਦਾ ਆ। ਅਫਸੋਸ ਵੀ ਹੁੰਦਾ ਆ ਕਿ ਜਦੋਂ ਪਰਿਵਾਰ ਦੱਸਦੇ ਆ ਕਿ ਇੰਨਾ ਲੰਬਾ ਸਮਾਂ ਬੀਤ ਚੁੱਕਾ ਆ 30 35 40 ਸਾਲਾਂ ਦਾ, ਪਰ ਅੱਜ ਤੱਕ ਕਦੀ ਵੀ ਕੋਈ ਵੀ ਇਹਨਾਂ ਦੇ ਘਰ ਨਹੀਂ ਆਇਆ। ਇੱਥੋਂ ਤੱਕ ਕਿ ਸ਼੍ਰੋਮਣੀ ਕਮੇਟੀ ਮੈਂਬਰ ਵੀ ਇਸ ਹਲਕੇ ਦੇ ਹੋਣਗੇ, ਉਹਨਾਂ ਦਾ ਵੀ ਜ਼ਰੂਰ ਫਰਜ਼ ਬਣਦਾ ਹੋਏਗਾ ਕਿ ਜਿਨ੍ਹਾਂ ਨੇ ਸੰਘਰਸ਼ ਦੌਰਾਨ ਹਿੱਸਾ ਪਾਇਆ, ਸੇਵਾ ਕੀਤੀ, ਉਹਨਾਂ ਪਰਿਵਾਰਾਂ ਦੀ ਜਿਹੜੀ ਸਾਰ ਹੈ ਉਹ ਲਈ ਜਾਵੇ। ਘੱਟੋ ਘੱਟ ਦੁੱਖ ਸੁੱਖ ਦੇ ਵਿੱਚ ਜਿਹੜਾ ਸ਼ਾਮਲ ਆ ਉਹ ਹੋਇਆ ਜਾਵੇ ਉਹਨਾਂ ਦੇ। ਪਰ ਜਦੋਂ ਕੋਈ ਇੱਦਾਂ ਸਾਰ ਨਹੀਂ ਲੈਂਦਾ ਤਾਂ ਫਿਰ ਨਿਰਾਸ਼ਾ ਜਿਹੜੀ ਪਰਿਵਾਰਾਂ ਦੇ ਵਿੱਚ ਜਿਹੜੀ ਉਹ ਆਉਂਦੀ ਆ, ਕੌਮ ਦੇ ਵਿੱਚ ਵੀ ਜਿਹੜੀ ਆ ਉਹ ਜ਼ਰੂਰ ਆਉਂਦੀ ਹੈ। ਸੋ ਸਾਨੂੰ ਚਾਹੀਦਾ ਆ ਕਿ ਅਸੀਂ ਇਹਨਾਂ ਸਿੰਘਾਂ ਦੀ ਕੁਰਬਾਨੀ ਨੂੰ ਯਾਦ ਰੱਖੀਏ ਅਤੇ ਪਰਿਵਾਰਾਂ ਦੀ ਜਿਹੜੀ ਸਾਰ ਆ ਉਹ ਜ਼ਰੂਰ ਲਈਏ। ਬਿਲਕੁਲ ਭਾਈ ਸਾਹਿਬ, ਭਾਈ ਰਣਜੀਤ ਸਿੰਘ ਜੀ ਉਹਨਾਂ ਨੇ ਬਿਲਕੁਲ ਸਹੀ ਗੱਲ ਕਹੀ ਕਿ ਜਿਹੜੇ ਸ਼ਹੀਦ ਨੇ ਉਹ ਕੌਮ ਦਾ ਸਰਮਾਇਆ ਹੁੰਦੇ ਨੇ, ਔਰ ਸਾਨੂੰ ਚਾਹੀਦਾ ਸਾਰਿਆਂ ਨੂੰ ਕਿ ਮਿਲ ਜੁਲ ਕੇ ਇਹਨਾਂ ਪਰਿਵਾਰਾਂ ਦੀ ਜਿਹੜੀ ਹੈ ਸਾਰ ਸੰਭਾਲ ਦੀ ਗੱਲ ਕਰੀਏ। ਔਰ ਹੁੰਦੀ ਵੀ ਹੈ, ਬਹੁਤ ਵੱਡੇ ਪੱਧਰ 'ਤੇ ਹੁੰਦੀ ਵੀ ਹੈ। ਪਰ ਜਿਵੇਂ ਹੁਣ 30-35 ਸਾਲਾਂ ਤੋਂ ਇਸ ਘਰ ਦੇ ਵਿੱਚ ਅੱਜ ਤੱਕ ਕੋਈ ਨਹੀਂ ਪਹੁੰਚਿਆ। ਭਾਈ ਰਣਜੀਤ ਸਿੰਘ ਜੀ ਦਮਦਮੀ ਟਕਸਾਲ ਵਾਲੇ ਮੈਨੂੰ ਵੀ ਆਪਣੇ ਨਾਲ ਲੈ ਕੇ ਆਏ ਕਿ ਆਓ ਤੁਹਾਨੂੰ ਇੱਕ ਅਸੀਂ ਪਰਿਵਾਰ ਦੇ ਨਾਲ ਅੱਜ ਅਸੀਂ ਮਿਲਾਉਂਦੇ ਹਾਂ। ਅਤੇ ਜਦੋਂ ਇੱਥੇ ਆ ਕੇ ਅਸਲੀਅਤ ਦਾ ਪਤਾ ਚੱਲਾ ਕਿ ਅੱਜ ਤੱਕ ਨਾ ਕੋਈ ਚੈਨਲ ਅਤੇ ਨਾ ਕੋਈ ਹੋਰ ਇੱਥੇ ਪਹੁੰਚਿਆ ਹਮਦਰਦ ਜਿਹੜਾ ਰੱਖਣ ਵਾਲਾ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਪੰਥਕ ਹਿਤੈਸ਼ੀ ਲੋਕ, ਕੋਈ ਨਹੀਂ ਪਹੁੰਚਿਆ। ਭਾਵੇਂ ਉਹ ਕਿਸੇ ਵੱਡੇ ਅਹੁਦਿਆਂ 'ਤੇ ਨੇ, ਭਾਵੇਂ ਉਹ ਆਪਣੇ ਆਪ ਨੂੰ ਪੰਥਕ ਚੈਨਲ ਕਹਾਉਣ ਵਾਲੇ ਨੇ, ਕੋਈ ਨਹੀਂ ਪਹੁੰਚਿਆ। ਸੋ ਭਾਈ ਰਣਜੀਤ ਸਿੰਘ ਜੀ ਹੋਰਾਂ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਨੂੰ ਇਹਨਾਂ ਨੇ ਇਸ ਪਰਿਵਾਰ ਦੇ ਨਾਲ ਮਿਲਾਇਆ। ਭਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਗੁਰਬਾਣੀ ਅਖੰਡ ਬਾਣੀ ਚੈਨਲ ਵੱਲੋਂ, ਜੋ ਤੁਸੀਂ ਸ਼ਹੀਦ ਭਾਈ ਅਮਰੀਕ ਸਿੰਘ ਦੇ ਘਰੇ ਸਾਨੂੰ ਲੈ ਕੇ ਆਏ। ਔਰ ਇਹ ਜਾਣਕਾਰੀ ਜਿਹੜੀ ਹੈ ਸ਼ਾਇਦ ਮੇਰਾ ਖਿਆਲ ਹੈ ਵੀ ਬਹੁਤ ਘੱਟ ਲੋਕਾਂ ਨੂੰ ਹੋਏਗੀ। ਜੀ ਬਿਲਕੁਲ, ਸਾਡੇ ਕੋਲ ਆਪ ਵੀ ਹਾਲੇ ਤੱਕ ਜਿਹੜੀ ਜਾਣਕਾਰੀ ਉਹ ਕਾਫੀ ਘੱਟ ਆ। ਪਰ ਇਸ ਵੀਡੀਓ ਨੂੰ ਜਿਹੜੇ ਵੀ ਗੁਰਸਿੱਖ ਸੁਣਨਗੇ, ਅਸੀਂ ਉਹਨਾਂ ਨੂੰ ਵੀ ਅਪੀਲ ਕਰਾਂਗੇ ਕਿ ਜੇਕਰ ਤੁਹਾਡੇ ਕੋਲ ਜਥੇਦਾਰ ਭਾਈ ਅਮਰੀਕ ਸਿੰਘ ਜੀ ਪਿੰਡ ਜੌੜਾ, ਜਿਨ੍ਹਾਂ ਨੂੰ ਬੁੱਢਾ ਦਾਸ ਦਾ ਮੁਖੀ ਵੀ ਥਾਪਿਆ ਗਿਆ ਸੀ, ਖਾੜਕੂ ਧਿਰਾਂ ਵੱਲੋਂ ਦੱਸਦੇ ਆ, ਅਤੇ ਜੇਕਰ ਕਿਸੇ ਵੀ ਗੁਰਸਿੱਖ ਪਾਸ ਉਹਨਾਂ ਦੇ ਕੋਲੋਂ ਜਾਣਕਾਰੀ ਹੋਵੇ ਅਤੇ ਉਹ ਸਾਨੂੰ ਫੋਨ ਕਰਕੇ ਉਹਨਾਂ ਦੇ ਬਾਰੇ ਜਿਹੜੀ ਜ਼ਰੂਰ ਜਾਣਕਾਰੀ ਆ ਉਹ ਲਿਖਵਾਵੇ। ਕਿਉਂਕਿ ਅਸੀਂ ਪਤਾ ਕਰਨਾ ਚਾਹੁੰਦੇ ਹਾਂ ਕਿ ਭਾਈ ਸਾਹਿਬ ਨੂੰ ਕਦੋਂ ਮੁਖੀ ਥਾਪਿਆ ਗਿਆ ਸੀ, ਕਿਹੜੀ ਤਰੀਕ ਸੀ, ਅਤੇ ਉਹਨਾਂ ਨੇ ਉਸ ਤੋਂ ਬਾਅਦ ਜਿਹੜੀਆਂ ਕਿਹੜੀਆਂ ਜਿਹੜੀਆਂ ਸੇਵਾਵਾਂ ਆ
ਉਹ ਨਿਭਾਈਆਂ, ਉਹਨਾਂ ਤੋਂ ਬਾਅਦ ਕਿਹੜੇ ਮੁਖੀ ਥਾਪੇ ਗਏ। ਸੋ ਕਿਸ ਤਰ੍ਹਾਂ ਇਹ ਜਿਹੜੀਆਂ ਸੇਵਾਵਾਂ ਉਹਨਾਂ ਨੇ ਕੌਮ ਦੀਆਂ ਕੀਤੀਆਂ। ਸੋ ਜਿਸ ਗੁਰਸਿੱਖ ਪਾਸ ਵੀ ਇਹ ਜਾਣਕਾਰੀ ਹੋਵੇ ਉਹ ਸਾਡੀ ਜਾਣਕਾਰੀ ਵਿੱਚ ਹੋਰ ਵੀ ਵਾਧਾ ਕਰੇ। ਉਮੀਦ ਕਰਦੇ ਹਾਂ ਕਿ ਜਿਹੜੀਆਂ ਸੰਗਤਾਂ ਸੁਣ ਰਹੀਆਂ ਨੇ ਸਾਨੂੰ ਦੇਸ਼ ਵਿਦੇਸ਼ 'ਚ ਬੈਠੀਆਂ ਔਰ ਦੇਖ ਰਹੀਆਂ ਨੇ ਇਸ ਵੀਡੀਓ ਨੂੰ, ਇੰਟਰਵਿਊ ਨੂੰ, ਸੋ ਉਹ ਸਾਡੀ ਜਾਣਕਾਰੀ ਦੇ ਵਿੱਚ ਹੋਰ ਵਾਧਾ ਕਰਨਗੀਆਂ